ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਕੇਂਦਰ ਦੀ ਸਰਕਾਰ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲੰਬੇ ਸੰਘਰਸ਼ ਲਈ ਤਿਆਰ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਧਰਨਾ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਨੂੰ ਹੋਰ ਤਾਕਤ ਦੇਣ ਲਈ ਕਲਾਕਾਰ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਨੌਜਵਾਨ ਕਲਾਕਾਰ ਰੇਸ਼ਮ ਸਿੰਘ ਅਨਮੋਲ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿੱਚ ਜਾ ਕੇ ਨੌਜਵਾਨਾਂ ਨੂੰ ਕਿਸਾਨ ਸੰਘਰਸ਼ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਾਕਤ ਅੱਗੇ ਕੋਈ ਵੀ ਸਰਕਾਰ ਟਿਕ ਨਹੀਂ ਸਕਦੀ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਾਕਤ ਕਰਕੇ ਹੀ ਪੰਜਾਬ ਸਰਕਾਰ ਨੇ ਖੇਤੀ ਕਾਨੂੰਨਾਂ ਪ੍ਰਤੀ ਕਈ ਬਿੱਲ ਪਾਸ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਸਾਰਿਆਂ ਦਾ ਏਕਾ ਬਣਿਆ ਰਹੇ ਤਾਂ ਕੋਈ ਵੀ ਸਰਕਾਰ ਉਹਨਾਂ ਦਾ ਕੋਈ ਕੁਛ ਨਹੀਂ ਵਿਗਾੜ ਸਕਦੀ। ਦੇਖੋ ਦੇਸ਼ ਵਿਦੇਸ਼ ਪੰਜਾਬੀ ਪੋਸਟ ਦੀ ਇਹ ਖਾਸ ਰਿਪੋਰਟ। ਸਾਡਾ ਏਕਾ ਹੈ। ਮੈਨੂੰ ਨਹੀਂ ਲੱਗਦਾ ਜਿਹੜਾ ਮਰਜ਼ੀ ਬਿੱਲ ਦੁਨੀਆ 'ਤੇ ਪਾਸ ਹੋ ਜਾਏ ਸਾਡਾ ਕੋਈ ਨੁਕਸਾਨ ਹੋ ਸਕਦਾ। ਐਕਚੁਅਲੀ ਮੈਂ ਖੁਦ ਵੀ ਆਰਡੀਨੈਂਸ ਪੜ੍ਹਿਆ ਹੈ, ਹਾਲਾਂਕਿ ਇੰਗਲਿਸ਼ ਦੇ ਵਿੱਚ ਪੜ੍ਹਿਆ ਸ਼ੁਰੂ 'ਚ। ਇੱਕ ਤਾਂ ਉਹਦੀ ਲੈਂਗੁਏਜ ਬੜੀ ਟਫ ਸੀਗੀ। ਜਦੋਂ ਆਪਾਂ ਕਹਿੰਦੇ ਹਾਂ ਕਿ ਸਾਡਾ ਦੇਸ਼ ਹੈ, ਆਪਾਂ ਰਾਸ਼ਟਰ ਭਾਸ਼ਾ ਨੂੰ ਪ੍ਰਮੋਟ ਕਰੀਏ, ਫਿਰ ਸਾਡੇ ਬਿੱਲ ਵੀ ਇੱਕ ਤਾਂ ਈਜ਼ੀ ਲੈਂਗੁਏਜ 'ਚ ਹੋਣੇ ਚਾਹੀਦੇ ਹੈ ਤਾਂ ਕਿ ਆਮ ਜਨਤਾ ਨੂੰ ਸਮਝ ਆ ਸਕਣ। ਇਹਦੇ ਨਾਲ ਵੱਧ ਸਕਦੀ ਹੈ ਜੇ 2-3 ਜਿਹੜੀਆਂ ਵੱਡੀਆਂ ਮਿਸਟੇਕਸ ਨੇ ਇਹਦੇ 'ਚ ਹੋਈਆਂ ਨੇ, ਜੇ ਕਿਸਾਨਾਂ ਨਾਲ ਸਲਾਹ ਕੀਤੀ ਹੁੰਦੀ ਆਈ ਥਿੰਕ ਇਹ ਬਿੱਲ ਵਧੀਆ ਹੋ ਸਕਦਾ ਸੀ। ਕਿਉਂਕਿ ਆਈ ਥਿੰਕ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜੀ ਮੇਨ ਪ੍ਰੋਬਲਮ ਹੈ ਐਸ਼ੋਰਡ ਪਰਚੇਜ਼ ਦੀ ਹੈ। ਇਕੱਲੀ 2 ਫਸਲਾਂ ਨਹੀਂ, ਸਾਰੀਆਂ ਫਸਲਾਂ ਦੀ ਐਸ਼ੋਰਡ ਪਰਚੇਜ਼ ਜੇ ਗੌਰਮੈਂਟ ਲਿਖ ਕੇ ਦੇ ਦੇਵੇ ਆਈ ਥਿੰਕ ਸਾਰੇ ਝਗੜੇ ਖਤਮ ਹੋ ਜਾਣਗੇ। ਇੱਥੇ ਆ ਕੇ ਜਿਹੜਾ ਸਭ ਤੋਂ ਵੱਡਾ ਪੁਆਇੰਟ ਹੈ, ਇਹ ਪੁਰਾਣੇ ਟਾਈਮ ਤੋਂ ਇੱਦਾਂ ਹੀ ਚੱਲਿਆ ਆ ਰਿਹਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਿਹਦੇ ਕੋਲ ਇੱਕ ਪੈਨ ਕਾਰਡ ਹੈ ਉਹ ਬੰਦਾ ਤੁਹਾਡੀ ਫਸਲ ਖਰੀਦ ਸਕਦਾ ਹੈ। ਹੋਣਾ ਇਹ ਚਾਹੀਦਾ ਸੀ ਉਹਦੇ ਐਸੈਟਸ ਦੇਖੇ ਜਾਣ ਵੀ ਉਹਦੇ ਕੋਲ 100, 200, 300 ਕਰੋੜ ਉਹਦੀ ਔਕਾਤ ਕੀ ਹੈ ਕਿ ਇੰਨੀ ਫਸਲ ਉਹ ਖਰੀਦ ਲਵੇ। ਬਾਅਦ 'ਚੋਂ ਪੈਸਿਆਂ ਤੋਂ ਮੁੱਕਰ ਜਾਵੇ, ਕਿਸਾਨ ਕੋਰਟ ਨਹੀਂ ਜਾ ਸਕਦਾ, ਹੈ ਨਾ। ਇਹ 2-3 ਡਾਊਟ ਹੈਗੇ ਆ। ਇੱਦਾਂ ਹੋ ਸਕਦਾ ਆਮਦਨ ਦੁੱਗਣੀ ਹੋ ਵੀ ਜਾਵੇ 1-2 ਸਾਲ ਦੇ ਲਈ, ਪਰ ਕਿਉਂਕਿ ਕਾਨੂੰਨ ਨਹੀਂ ਹੈਗਾ ਰਿਟਰਨ ਦੇ ਵਿੱਚ। ਕੱਲ੍ਹ ਨੂੰ ਜਿੱਦਾਂ ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ, ਜੀਓ ਹੈ, ਰਿਲਾਇੰਸ ਜੀਓ ਇੰਟਰਨੈਟ ਲੈ ਕੇ ਆਈ ਸਸਤਾ, ਸਾਰੀ ਦੁਨੀਆ ਇੱਧਰ ਨੂੰ ਭੱਜ ਗਈ। ਸ਼ੁਰੂ 'ਚ ਫ੍ਰੀ ਕਰਤਾ। ਮੈਂ ਇੱਕ ਗਾਣਾ ਵੀ ਰਿਲੀਜ਼ ਕੀਤਾ ਸੀ, ਜੱਟੀ ਮਿਲੀ ਜੀਓ ਵਾਲੇ ਸਿਮ ਵਰਗੀ ਜਿਹਦਾ ਖਰਚਾ ਨਾ ਕੋਈ, ਹੈ ਨਾ। ਸ਼ੁਰੂ 'ਚ ਫ੍ਰੀ ਸੀਗਾ ਬਿਲਕੁਲ। ਹੌਲੀ ਕੀ ਹੋਇਆ, ਉਹਨਾਂ ਨੇ ਚਾਰਜ ਲੈਣੇ ਸ਼ੁਰੂ ਕਰਤੇ, ਇੱਕ ਕਸਟਮਰ ਬਣਾ ਲਏ। ਹੁਣ ਕੀ ਹੋਇਆ, ਜਿਹੜਾ ਬੜਾ ਮਗਰਮੱਛ ਹੈ ਛੋਟੀ ਮੱਛੀਆਂ ਨੂੰ ਖਾ ਜਾਂਦਾ ਹੈ। ਵੋਡਾਫੋਨ ਆਈਡੀਆ ਦੀ ਮਜਬੂਰੀ ਬਣ ਗਈ, ਆਪਸ ਦੇ ਵਿੱਚ VI ਬਣ ਗਏ। ਏਅਰਟੈਲ ਹੋ ਗਿਆ, ਹੈ ਨਾ। ਸਿਰਫ 3 ਕੰਪਨੀਆਂ ਰਹਿ ਗਈਆਂ ਹੁਣ ਇਹਨਾਂ ਦੇ ਉੱਤੇ ਇੰਨਾ ਕਰਜ਼ਾ ਚੜ੍ਹ ਗਿਆ। ਇਹ ਕੋਰਟ 'ਚ ਗਏ, ਕੋਰਟ ਨੇ ਇਹਨਾਂ ਨੂੰ 5-7 ਸਾਲ ਦਾ ਟਾਈਮ ਦਿੱਤਾ ਹੈ ਕਿ ਤੁਸੀਂ ਆਪਣਾ ਕਰਜ਼ਾ ਲਾਓ। ਪਰ ਇੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ। ਇਕੱਲੀ ਰਿਲਾਇੰਸ ਜੀਓ ਹੀ ਰਹਿ ਜਾਣੀ ਆ ਮਾਰਕੀਟ ਦੇ ਵਿੱਚ, ਫਿਰ ਉਹਦੀ ਮੋਨੋਪੋਲੀ ਹੋ ਜਾਏਗੀ ਅਤੇ ਉਹ ਮਨਮਰਜ਼ੀ ਦੇ ਰੇਟ ਇੰਟਰਨੈਟ ਦੇ ਵਸੂਲਣਗੇ। ਇਸ ਕਰਕੇ 3-4 ਕੰਪਨੀਆਂ ਦਾ ਹੋਣਾ ਲਾਜ਼ਮੀ ਹੈ। ਇਹੀ ਸੇਮ ਸਿਸਟਮ ਹੈ ਸਾਡੀ ਕਿਸਾਨੀ ਨਾਲ ਹੋਣ ਦੇ ਚਾਂਸਿਸ ਨੇ, ਜਦੋਂ ਤੱਕ ਉਹ ਕਾਨੂੰਨ ਦੇ ਵਿੱਚ ਲਿਖਿਆ ਨਹੀਂ ਜਾਊਗਾ ਕਿ ਐਸ਼ੋਰਡ ਜਿਹੜੀ ਪਰਚੇਜ ਹੈ, ਜਾਂ ਜਿੱਦਾਂ ਕਿ ਹੁਣ ਗੌਰਮੈਂਟ ਨੇ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਹੈ ਨਾ, ਕਿ ਜਿਹੜਾ ਇਸ ਤੋਂ ਘੱਟ ਖਰੀਦੂਗਾ ਉਹ ਜੇਲ੍ਹ 'ਚ ਜਾਊਗਾ। ਸ਼ੋਰਟ ਪ੍ਰਾਈਸ ਦੀ ਗੱਲ ਉਹਨਾਂ ਨੇ ਵੀ ਨਹੀਂ ਕੀਤੀ। ਹਾਂਜੀ, ਸ਼ੋਰਟ ਪਰਚੇਜ਼ ਦੀ ਸੌਰੀ ਉਹਨਾਂ ਨੇ ਵੀ ਗੱਲ ਜਿਹੜੀ ਕੱਲ ਨਹੀਂ ਹੋਈ। ਇਹ ਇਸੇ ਚੀਜ਼ ਦਾ ਰੋਣਾ ਹੈ ਕਿ ਕੋਈ ਵੀ ਗੌਰਮੈਂਟ ਹੈ, ਜਦੋਂ ਕਿਸਾਨ ਕਹਿੰਦਾ ਹੈ ਕਿ ਸਿਰਫ 2 ਫਸਲਾਂ ਨੂੰ ਹਜੇ ਤੱਕ ਮਿਲ ਰਹੀ ਹੈ, ਸਾਰੀਆਂ ਫਸਲਾਂ ਦੀ ਜਦੋਂ ਕਾਨੂੰਨੀ ਰੂਪ ਦੇ ਵਿੱਚ ਐਸ਼ੋਰਡ ਪਰਚੇਜ ਹੋ ਜੂਗੀ ਫਿਰ ਮੰਡੀਆਂ ਵੀ ਸੇਫ ਰਹਿਣਗੀਆਂ, ਕੰਪੀਟੀਸ਼ਨ ਵੀ ਵਧੇਗਾ ਔਰ ਕਿਸਾਨਾਂ ਦੇ ਸਾਰੇ ਮੁੱਦੇ ਹੱਲ ਹੋ ਜਾਣਗੇ। ਪਾਣੀ ਖੋਇਆ, ਜਵਾਨੀ ਖੋਈ, ਹੁਣ ਕਿਸਾਨੀ ਵੱਲ ਹੋਈ ਹੈ। ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਦੀਆਂ ਏਜੰਸੀਆਂ ਦੀ ਇਹਦੇ ਵਿੱਚ ਕੋਈ ਖੇਡ ਹੈ ਪੰਜਾਬ ਨੂੰ ਤਬਾਹ ਕਰਨੀ? ਐਕਚੁਅਲੀ ਮੈਂ ਕੋਈ ਪੋਲੀਟੀਕਲ ਇਨਸਾਨ ਨਹੀਂ, ਪਰ ਜਿੱਥੇ ਸੱਚ ਹੁੰਦਾ ਹੈ, ਸ਼ੁਰੂ ਤੋਂ ਲੈ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਦੇਖੋ, ਸਭ ਤੋਂ ਪਹਿਲੀ ਕ੍ਰਾਂਤੀ ਹੋਈ ਸੀ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ, ਹੈ ਨਾ। ਅੱਜ ਤੋਂ 500-600 ਸਾਲ ਪਹਿਲਾਂ ਇਹ ਉਦੋਂ ਦੀ ਜਿੱਥੇ ਹੱਕ ਹੁੰਦਾ ਹੈ, ਸੱਚ ਹੁੰਦਾ ਹੈ, ਅਤੇ ਉਹਦੇ ਨਾਲ ਇਹ ਲੜਾਈ ਇੱਦਾਂ ਹੀ ਚੱਲਦੀ ਰਹੀ ਹੈ ਸ਼ੁਰੂ ਤੋਂ। ਔਰ ਮੈਨੂੰ ਜਵਾਨੀ ਨਹੀਂ ਲੱਗਦਾ, ਸਾਡੀ ਜਵਾਨੀ ਬੜੀ ਘੈਂਟ ਹੈ। ਅੱਜ ਕੱਲ੍ਹ ਮੋਢੇ ਨਾਲ ਮੋਢਾ ਲਾ ਕੇ ਸਾਡੇ ਬਜ਼ੁਰਗਾਂ ਦੇ ਨਾਲ, ਕਿਸਾਨ ਯੂਨੀਅਨ ਦੇ ਨਾਲ ਇਕੱਠੇ ਹੋ ਕੇ ਸਾਰੇ ਲੜ ਰਹੇ ਨੇ। ਇਹ ਕਈ ਵਾਰੀ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ, ਕਦੇ ਫਿਲਮਾਂ ਬਣਾ ਕੇ, ਹੈ ਨਾ, ਵੀ ਪੰਜਾਬ ਨੂੰ, ਪੰਜਾਬੀਅਤ ਨੂੰ ਬਦਨਾਮ ਕੀਤਾ ਜਾਵੇ। ਯੂਥ ਸਾਡਾ ਬੜਾ ਅਵੇਅਰ ਹੈ ਔਰ ਅੱਜ ਕੱਲ੍ਹ ਕੋਈ ਵੀ ਮਾੜਾ ਲੀਡਰ ਨਜ਼ਰ ਆਉਂਦਾ ਨਾਲ ਦੀ ਨਾਲ ਕੈਮਰਾ ਔਨ ਕਰਕੇ ਉੱਥੇ ਖੜ੍ਹੇ ਹੋ ਜਾਂਦੇ ਆ।
ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਣੇ ਹੱਕਾਂ ਲਈ ਲੜੋ, ਪਰ ਹੋਸ਼ ਰੱਖ ਕੇ, ਨਫ਼ਰਤ ਕਰਕੇ ਨਹੀਂ। ਇੱਕ ਓਂਕਾਰ ਦੀ ਸਰਬੱਤ ਦੇ ਭਲੇ ਦੀ ਚੀਜ਼ ਉਹ ਨਹੀਂ ਕਦੇ ਵੀ ਭੁੱਲਣੀ ਚਾਹੀਦੀ, ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਥੈਂਕ ਯੂ।